देखो अज का राइटिंग टास्क 2 है, ग्लोबलाइजेशन इज़ पॉजिटिव फॉर इकोनॉमीज बट इट्स नेगेटिव साइड शुड नॉट बी इग्नोर्ड। टू वट एक्सटेंट डू यू एग्री और डिसएग्री। कहते कि जी ग्लोबलाइजेशन आ भावें कि इकोनॉमीज़ के लिए पॉजिटिव आ बट वह नैगेटिव साइड भी इग्नोर नहीं करना चाहिए। ਹੁਣ ਦੇਖੋ ਆਪਾਂ ਕੀ ਇਹਦੇ ਵਿੱਚ ਲਿਖਣਾ ਕੀ ਨਹੀਂ ਲਿਖਣਾ ਹੈਗਾ ਹੈ ਨਾ, ਮੈਂ ਤੁਹਾਨੂੰ ਉਹ ਦੱਸਦਾ। ਸਭ ਤੋਂ ਪਹਿਲੇ ਨੰਬਰ 'ਤੇ ਆਪਾਂ ਇੰਟਰੋਡਕਸ਼ਨ ਬਣਾਵਾਂਗੇ। ਹੁਣ ਆਪਾਂ ਇਹਦੇ ਨਾਲ 70-30 ਚੱਲ ਜਾਣਾ। ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ ਆ। ਇਹ ਨਾਲ ਆਪਾਂ ਕਹਿਣਾ ਆਈ ਐਗਰੀ ਟੂ ਦਿਸ ਨੋਸ਼ਨ ਟੂ ਅ ਗ੍ਰੇਟ ਐਕਸਟੈਂਟ ਜਾਂ ਆਈ ਐਗਰੀ ਦਿਸ ਨੋਸ਼ਨ ਟੂ ਅ ਗ੍ਰੇਟ ਐਕਸਟੈਂਟ। ਹਾਂਜੀ ਵੀ ਮੈਂ ਕਾਫੀ ਹੱਦ ਤੱਕ ਟੂ ਅ ਗ੍ਰੇਟ ਐਕਸਟੈਂਟ ਲਿਖਿਆ ਆਪਾਂ। ਆਈ ਐਗਰੀ ਟੂ ਦਿਸ ਨੋਸ਼ਨ ਟੂ ਅ ਗ੍ਰੇਟ ਐਕਸਟੈਂਟ। ਜੇ ਪਾਰਸ਼ਲੀ ਜਾਣਾ ਚਾਹੁੰਦੇ ਹੋ ਤੁਸੀਂ ਪਾਰਸ਼ਲੀ ਵੀ ਜਾ ਸਕਦੇ ਹੋ, ਤੁਹਾਡੀ ਆਪਣੀ ਮਰਜ਼ੀ। ਅੱਧਾ ਚੱਲ ਜਾਓ, 70 ਚੱਲ ਜਾਓ, ਇੱਕ ਪਾਸੇ ਚੱਲ ਜਾਓ। ਮੈਂ ਇਹਦੇ ਵਿੱਚ 70-30 ਕਰ ਰਿਹਾ ਤੇ ਦੇਖੋ ਇਹਦੇ ਵਿੱਚ ਮੈਂ ਕੀ ਲਿਖੂੰਗਾ, ਕਿੱਦਾਂ ਲਿਖੂੰਗਾ। ਸਭ ਤੋਂ ਪਹਿਲੇ ਨੰਬਰ ਤਾਂ ਆਪਾਂ ਇੰਟਰੋਡਕਸ਼ਨ ਬਣਾਵਾਂਗੇ ਇਸ ਟਾਸਕ ਦੀ। ਇਹਦੇ ਵਿੱਚ ਆਪਾਂ ਗਲੋਬਲਾਈਜੇਸ਼ਨ ਦੇ ਰਿਲੇਟਡ ਕੋਈ ਬਣਾਵਾਂਗੇ। ਇਹਦੇ ਵਿੱਚ ਆਪਾਂ ਕਹਿ ਸਕਦੇ ਇਨ ਦਿਸ ਕੰਟੈਂਪਰਰੀ ਐਰਾ ਤੋਂ ਸਟਾਰਟ ਕਰ ਸਕਦੇ ਹਾਂ, ਜਾਂ ਆਪਾਂ ਕਹਿ ਸਕਦੇ ਇਨ ਦਿਸ ਸੋਫਿਸਟੀਕੇਟਡ ਐਰਾ। ਠੀਕ ਆ, ਆਪਾਂ ਇਨ ਦਿਸ ਕੰਟੈਂਪਰਰੀ ਐਰਾ ਕਹਿ ਕੇ ਚੱਲਦੇ। ਇਨ ਦਿਸ ਕੰਟੈਂਪਰਰੀ ਐਰਾ ਕੋਮਾ ਐਡਵਾਂਸਮੈਂਟ ਇਜ਼ ਔਨ ਪੀਕ ਵਿਚ ਇਜ਼ ਬੈਨੀਫਿਟਿੰਗ ਇਕੋਨਮੀਜ਼। ਠੀਕ ਆ, ਕਹਿ ਦੋ ਕਿ ਅੱਜ ਦੇ ਇਸ ਕੰਟੈਂਪਰਰੀ ਐਰਾ ਦੇ ਵਿੱਚ ਐਡਵਾਂਸਮੈਂਟ ਪੀਕ ਤੇ ਆ, ਜਿਹਦੇ ਨਾਲ ਕਿ ਇਕੋਨੋਮੀਜ਼ ਨੂੰ ਬੈਨੀਫਿਟ ਮਿਲ ਰਿਹਾ ਵਾ। But some believe its negative aspects should not be ignored। ਠੀਕ ਆ, ਤੇ ਕੁਝ ਲੋਕ ਕਹਿੰਦੇ ਆ ਕਿ ਇਹਦੇ ਨੈਗੇਟਿਵ ਐਸਪੈਕਟਸ ਹੁੰਦੇ ਆ, ਉਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਆਪਾਂ ਸਾਈਡ ਨੂੰ ਐਸਪੈਕਟ ਕਹਦਾ, ਨੈਗੇਟਿਵ ਸਾਈਡ ਨੂੰ ਨੈਗੇਟਿਵ ਐਸਪੈਕਟ ਕਹਦਾ। ਠੀਕ ਆ, ਜਾਂ ਤੁਸੀਂ ਇੱਕ ਹੋਰ ਚੀਜ਼ ਕਹਿ ਸਕਦੇ ਹੋ, ਨੈਗੇਟਿਵ ਸਾਈਡ ਨੂੰ ਇਹਦੀ ਡਿਸਐਡਵਾਂਟੇਜ ਕਹਿ ਸਕਦੇ ਹੋ। ਠੀਕ ਆ, ਇਟਸ ਡਿਸਐਡਵਾਂਟੇਜਸ ਸ਼ੁੱਡ ਨਾਟ ਬੀ ਇਗਨੋਰਡ ਕਹਿ ਦੋ, ਚਾਹੇ ਡਿਨਾਈਡ ਵੀ ਕਹਿ ਦੋ। ਇਟਸ ਨੈਗੇਟਿਵ ਸਾਈਡਸ ਜਾਂ ਇਟਸ ਡਿਸਐਡਵਾਂਟੇਜਸ ਸ਼ੁੱਡ ਨਾਟ ਬੀ ਡਿਨਾਈਡ। ਠੀਕ ਆ, ਤੇ ਆਪਣੀ ਟੋਟਲ ਬਣੂਗੀ ਇਨ ਦਿਸ ਕੰਟੈਂਪਰਰੀ ਐਰਾ ਐਡਵਾਂਸਮੈਂਟ ਇਜ਼ ਔਨ ਪੀਕ ਵਿਚ ਇਜ਼ ਬੈਨੀਫਿਟਿੰਗ ਇਕੋਨੋਮੀਜ਼ ਇਨ ਸੈਵਰਲ ਵੇਜ਼। ਸਮ ਬਿਲੀਵ ਇਟਸ ਡਿਸਐਡਵਾਂਟੇਜਸ ਸ਼ੁੱਡ ਨਾਟ ਬੀ ਡਿਨਾਈਡ। ਠੀਕ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਣਾ ਜਿਹੜੀ ਲਾਈਨ ਬਣਨੀ ਆ, ਥੀਸਿਸ ਲਾਈਨ ਬਣਨੀ ਆ ਸਾਡੀ ਆਈ ਐਗਰੀ ਟੂ ਦਿਸ ਨੋਸ਼ਨ ਜਾਂ ਆਈ ਐਗਰੀ ਦਿਸ ਨੋਸ਼ਨ ਟੂ ਅ ਗ੍ਰੇਟ ਐਕਸਟੈਂਟ। ਠੀਕ ਆ, ਬਸ ਇੰਨਾ ਕੁ ਲਿਖ ਕੇ ਤੁਸੀਂ ਆਪਣਾ VP ਸਟਾਰਟ ਕਰ ਸਕਦੇ ਹੋ। ਜੇ ਤੁਸੀਂ ਲਿਖਣੀ ਆ ਲਾਈਨ ਆਪਣੀ ਸੈਟਿਸਫੈਕਸ਼ਨ ਲਈ ਲਿਖ ਸਕਦੇ ਹੋ ਕਿ ਦਿਸ ਐਸੇ ਸ਼ੈਲ ਡਿਸਕਸ ਬੋਥ ਦਾ ਵਿਊਜ਼ ਇਨ ਬੋਡੀ ਪੈਰਾਗ੍ਰਾਫਸ। ਠੀਕ ਹੈ ਨਾ, ਜਾਂ ਇਨ ਫਰਦਰ ਬੋਡੀ ਪੈਰਾਗ੍ਰਾਫ। ਹੁਣ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹਦੀ ਪਾਵਾਂਗੇ ਪਹਿਲੇ ਨੰਬਰ 'ਤੇ ਬੋਡੀ ਪੈਰਾਗ੍ਰਾਫ ਨੂੰ ਕੰਸਟਰਕਟ ਕਰਾਂਗੇ। ਸਾਨੂੰ ਪਤਾ ਇਹਦਾ ਅਸੀਂ 70-30 ਆਰਗੂਮੈਂਟ ਦੇਣਾ ਤੇ ਮੈਜੋਰਿਟੀ ਆਰਗੂਮੈਂਟ ਦੇ ਵਿੱਚ ਆਪਾਂ ਕੀ ਚੀਜ਼ ਲਿਖਾਂਗੇ ਵੀ ਹਾਂਜੀ ਇਸ ਦੇ ਜਿਹੜੇ ਹੈਗੇ ਨੇ ਨੈਗੇਟਿਵ ਐਸਪੈਕਟਸ ਨੂੰ ਸਾਨੂੰ ਇਗਨੋਰ ਨਹੀਂ ਕਰਨਾ ਚਾਹੀਦਾ, ਤੇ 30% ਕਹਿ ਦਾਂਗੇ ਵੀ ਹਾਂ ਇਗਨੋਰ ਕਰਨਾ ਵੀ ਚਾਹੀਦਾ ਵਾ। ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਅੱਗੇ ਰਿਜ਼ਲਟ ਲਿਖ ਦੇਣਾ। ਤੇ ਇੱਕ ਹੋਰ ਚੀਜ਼ ਹੈ, ਇਹਨੂੰ ਜੇ ਤੁਸੀਂ ਆਪਣੇ ਟੂ ਵਟ ਐਕਸਟੈਂਟ ਜਿੱਦਾਂ ਐਗਰੀ ਔਰ ਡਿਸਐਗਰੀ, ਜੇ ਤੁਸੀਂ ਇਹਨੂੰ ਗ੍ਰੇਟ ਐਕਸਟੈਂਟ ਤੱਕ ਡਿਸਐਗਰੀ ਹੋ ਕੇ ਚੱਲਦੇ ਹੋ ਤਾਂ ਜ਼ਿਆਦਾ ਬੈਟਰ ਹੈ ਨਾ। ਜਿੱਦਾਂ ਆਪਾਂ ਉੱਪਰ ਆਈ ਐਗਰੀ ਟੂ ਦਿਸ ਨੋਸ਼ਨ ਟੂ ਅ ਗ੍ਰੇਟ ਐਕਸਟੈਂਟ ਕਹਿਤਾ ਨਾ, ਇਹਦੇ ਵਿੱਚ ਕਹਿ ਦਿਓ ਆਈ ਡਿਸਐਗਰੀ ਟੂ ਦਿਸ ਨੋਸ਼ਨ ਜਾਂ ਆਈ ਡਿਸਐਗਰੀ ਦਿਸ ਨੋਸ਼ਨ ਟੂ ਅ ਗ੍ਰੇਟ ਐਕਸਟੈਂਟ ਕਹਿ ਕੇ ਜੇ ਚੱਲੋਗੇ ਤਾਂ ਤੁਹਾਡੇ ਕੋਲ ਓਪਰਚੁਨਿਟੀ ਹੋਊਗੀ ਲਿਖਣ ਦੀ ਕਿ 70% ਇਹਦੇ ਫਾਇਦੇ ਕੀ ਨੇ ਤੇ 30% ਡਿਸਐਡਵਾਂਟੇਜ ਲਿਖੋਗੇ, ਉਹ ਜ਼ਿਆਦਾ ਬੈਟਰ ਹੈ ਨਾ। ਆਪਾਂ ਉਸ ਹਿਸਾਬ ਨਾਲ ਚੱਲਦੇ ਹਾਂ। ਹੁਣ ਜਦ ਆਪਾਂ ਫਸਟ ਬੋਡੀ ਪੈਰਾਗ੍ਰਾਫ ਬਣਾਵਾਂਗੇ ਉਹਦੇ ਵਿੱਚ ਲਿਖਾਂਗੇ ਕਿ ਐਡਵਾਂਟੇਜ ਕੀ ਮਿਲਦੀ ਆ ਸਾਨੂੰ ਗਲੋਬਲਾਈਜੇਸ਼ਨ ਦੇ ਨਾਲ। ਫਸਟ ਆਫ ਆਲ ਸਾਨੂੰ ਟੂਰਿਸਟ ਸਪੌਟਸ ਮਿਲੇ ਆ ਗਲੋਬਲਾਈਜੇਸ਼ਨ ਦੇ ਨਾਲ, ਜਿਹਦੇ ਨਾਲ ਕਿ ਜਿਹੜੀ ਲੋਕਲ ਟੂਰਿਜ਼ਮ ਆ ਉਹਦੇ ਵਿੱਚ ਵਾਧਾ ਹੋਇਆ ਤੇ ਲੋਕਾਂ ਦੀ ਲੋਕਲ ਇਕਨੋਮੀ ਦੇ ਵਿੱਚ ਵਾਧਾ ਹੋਇਆ। ਇੰਨੀ ਕੁ ਲਾਈਨ ਲਿਖੀ ਪਹਿਲਾਂ। ਹੁਣ ਉਸ ਤੋਂ ਬਾਅਦ ਇਹਨੂੰ ਐਕਸਪਲੇਨ ਕਰਤਾ। ਟੂ ਐਕਸਪਲੇਨ ਇਟ ਕਹਿ ਕੇ ਨਾ ਕੌਮਾ ਪਾ ਕੇ ਐਕਸਪਲੇਨ ਕਰਦਿਆ ਕਰੋ। People in past days were not able to locate tourist spots easily, as well as local economy
was not increasing due to lack of people traveling to their local places. But nowadays this scenario has changed and ठीक है ना भी आजकल सिनेरियो चेंज हो चुका and many of the travelers travel to different places for having entertainment या for having pleasure which increase the local economy ठीक है एक ਤਾਂ ਇਹਦੇ ਨਾਲ ਲੋਕਲ ਇਕਨੋਮੀ ਵਧੀਆ ਸੈਕੰਡਲੀ ਕਿਆ ਹੈ ਨਾ ਤੁਸੀਂ ਕਹਿ ਸਕਦੇ ਹੋ ਪ੍ਰੋਡਕਟਸ nowadays are on global level. Each and every product nowadays is on global level, yeah, is present on global level. For instance, if a person want to eat his native dish at somewhere else, he can eat that because of globalization. He can have access to native dishes as well as native place restaurants. For instance, if a person travels to India from China, he can find several Chinese restaurants in India also. ठीक है ਇਹ ਤਾਂ ਇਹਦੀ ਹੈ ਨਾ ਜੀ ਹੋ ਗਈ ਪੋਜ਼ਿਟਿਵ ਐਸਪੈਕਟਸ ਇਹ ਪਹਿਲੇ ਬੋਡੀ ਪੈਰਾਗ੍ਰਾਫ 'ਚ ਲਿਖ ਹੁਣ ਨੈਗੇਟਿਵ ਐਸਪੈਕਟ ਕਿੱਦਾਂ ਲਿਖਾਂਗੇ ਹੁਣ ਸੈਕੰਡ ਬੋਡੀ ਪੈਰਾਗ੍ਰਾਫ ਆ ਜੇ ਤੁਹਾਨੂੰ ਨਾ ਸਮਝ ਆਵੇ ਉਹ ਕਿਵੇਂ ਸਟਾਰਟ ਕਰਨਾ ਔਨ ਅਦਰ ਹੈਂਡ ਸਾਈਡ ਦੀ ਥਾਂ ਤੇ ਤੁਸੀਂ ਉਹਨੂੰ ਕਹਿ ਕੇ ਸਟਾਰਟ ਕਰ ਸਕਦੇ ਹੋ ਇਨ ਅਦਰ ਪਰਸਪੈਕਟਿਵ ਠੀਕ ਆ ਇਨ ਅਦਰ ਪਰਸਪੈਕਟਿਵ comma it is also having several disadvantages like people nowadays are forgetting their own culture ਠੀਕ ਆ ਲੋਕੀ ਅੱਜ ਕੱਲ੍ਹ ਆਪਣਾ ਕਲਚਰ ਭੁੱਲਦੇ ਜਾ ਰਹੇ ਦੂਸਰੇ ਨੰਬਰ ਦੇ ਉੱਤੇ ਤੁਸੀਂ ਲਿਖੋਗੇ local products are changing and becoming branded or international product ਇਹ ਚੀਜ਼ ਕਹਿ ਸਕਦੇ ਜਿਹੜੇ ਲੋਕਲੀ ਪ੍ਰੋਡਕਟਸ ਹੁੰਦੇ ਸੀਗੇ ਉਹ ਚੇਂਜ ਹੁੰਦੇ ਜਾ ਰਹੇ ਨੇ ਜਿੱਦਾਂ ਪਹਿਲਾਂ ਤੁਸੀਂ ਐਗਜ਼ਾਮਪਲ ਦੇ ਸਕਦੇ ਹੋ ਕਿ ਇੰਡੀਆ ਦੇ ਵਿੱਚ ਪਹਿਲਾਂ ਕੈਂਪਾ ਕੋਲਾ ਹੁੰਦਾ ਸੀ ਠੀਕ ਆ ਉਹ ਲੋਕਲ ਪ੍ਰੋਡਕਟ ਸੀ ਸਸਤਾ ਵੀ ਮਿਲਦਾ ਹੁੰਦਾ ਸੀ ਵਜ੍ਹਾ ਕੋਕਾ ਕੋਲਾ ਆਇਆ ਜਦ ਕੋਕਾ ਕੋਲਾ ਨੇ ਕੀਤਾ ਕੈਂਪਾ ਕੋਲਾ ਨੂੰ ਰਿਪਲੇਸ ਕਿਉਂ ਗਲੋਬਲਾਈਜੇਸ਼ਨ ਸੀਗੀ ਉਹਨਾਂ ਨੇ ਰਿਪਲੇਸ ਕਰਤਾ ਤੇ ਹੁਣ ਕੈਂਪਾ ਕੋਲਾ ਕਿਤੇ ਨਹੀਂ ਮਿਲਦਾ ਕੋਕਾ ਕੋਲਾ ਹੀ ਮਿਲਦਾ ਸਾਰੇ ਕਿਤੇ ਇਸ ਤਰੀਕੇ ਨਾਲ ਜਿਹੜੇ ਲੋਕਲ ਪ੍ਰੋਡਕਟਸ ਨੇ ਹੌਲੀ ਹੌਲੀ ਰਿਪਲੇਸ ਹੁੰਦੇ ਜਾ ਰਹੇ ਨੇ ਇੰਟਰਨੈਸ਼ਨਲ ਪ੍ਰੋਡਕਟਸ ਨਾਲ ਬਿਕੋਜ਼ ਕਾਰਨ ਇਹ ਆ ਕਿ ਜਿਹੜੇ ਇੰਟਰਨੈਸ਼ਨਲ ਪ੍ਰੋਡਕਟਸ ਹੁੰਦੇ ਨੇ ਉਹ ਡੀਲਸ ਵਧੀਆ ਦੇ ਦਿੰਦੇ ਆ ਡਿਸਕਾਊਂਟ ਵਧੀਆ ਦੇ ਦਿੰਦੇ ਆ ਠੀਕ ਆ ਆਲਦੋ ਜਿਹੜੇ ਉਰੇ ਦੀ ਲੋਕਲ ਇਕੋਨਮੀ ਰਾਈਸ ਤੇ ਆ ਬਟ ਜਿਹੜੇ ਲੋਕਲ ਪ੍ਰੋਡਕਟਸ ਨੇ ਹੌਲੀ ਹੌਲੀ ਖਤਮ ਹੁੰਦੇ ਜਾ ਰਹੇ ਨੇ ਤੇ ਲੋਕਲ ਇਕੋਨਮੀ ਇੱਕ ਟਾਈਮ ਦੇ ਉੱਤੇ ਇੰਟਰਨੈਸ਼ਨਲ ਪ੍ਰੋਡਕਟਸ ਦੇ ਉੱਤੇ ਹੀ ਡਿਪੈਂਡ ਕਰੂ ਠੀਕ ਆ ਇਹ ਚੀਜ਼ ਆ ਇਹਦੀ ਦੂਸਰੀ ਡਿਸਐਡਵਾਂਟੇਜ ਆਪਾਂ ਕਹਿ ਸਕਦੇ ਹਾਂ ਗਲੋਬਲਾਈਜੇਸ਼ਨ ਦੀ ਇੱਕ ਤਾਂ ਹੋ ਗਈ ਲੋਕਲ ਇਕੋਨਮੀ ਦੀ ਹੈ ਨਾ ਇੱਕ ਤੁਸੀਂ ਇਹਦੇ ਵਿੱਚ ਕਹਿ ਸਕਦੇ ਹੋ ਕਿ ਜਿਹੜੇ ਲੋਕੀ ਆਪਣੀ ਲੈਂਗੁਏਜ ਕਲਚਰ ਵਗੈਰਾ ਭੁੱਲਦੇ ਜਾ ਰਹੇ ਨੇ ਤੇ ਇੰਟਰਨੈਸ਼ਨਲ ਕਲਚਰ ਨੂੰ ਅਪਣਾਉਂਦੇ ਜਾ ਰਹੇ ਨੇ ਜਿੱਦਾਂ ਵੈਸਟਰਨ ਕਲਚਰ ਵੈਸਟਰਨ ਕਲੋਥਿੰਗ ਸਾਰੀ ਅਪਣਾਉਂਦੇ ਜਾ ਰਹੇ ਨੇ ਉਹਦੇ ਨਾਲ ਇਹਨਾਂ ਦੀਆਂ ਆਪ ਦੀਆਂ ਮੋਰਲ ਐਥੀਕਲ ਵੈਲਿਊਜ਼ ਖਤਮ ਹੁੰਦੀਆਂ ਜਾ ਰਹੀਆਂ ਨੇ ਲੋਕਾਂ ਦੀ ਜਿਹੜੀ ਕਲਚਰਲ ਵੈਲਿਊ ਸੀਗੀਆਂ ਠੀਕ ਆ ਇਹ ਇਹਦਾ ਇੱਕ ਡਿਸਐਡਵਾਂਟੇਜ ਹੈ ਫਿਰ ਐਂਡ ਦੇ ਵਿੱਚ ਆਪਾਂ ਇਹਦੇ ਇੱਕ ਰਿਜ਼ਲਟ ਲਿਖਾਂਗੇ ਜੀ ਆਲ ਇਨ ਆਲ ਇਟ ਇਜ਼ ਐਵੀਡੈਂਟ ਦੈਟ ਜਾਂ ਇਹਦੇ ਲਈ ਹੈ ਨਾ ਇੱਕ ਇਹ ਜਿਹੇ ਲਈ ਇੱਕ ਸਭ ਤੋਂ ਵਧੀਆ ਰਿਜ਼ਲਟ ਹੁੰਦਾ ਇਨ ਕਨਕਲੂਜਨ ਕਹਿ ਕੇ ਇਨ ਕਨਕਲੂਜਨ although globalization has multifarious या plethora of positive aspects yet the disadvantages cannot be denied ਇਹ ਆਪਣਾ ਰਾਈਟਿੰਗ ਦਾ ਅੱਜ ਦਾ ਟੋਟਲੀ ਟਾਸਕ ਬਣ ਜਾਣਾ ਠੀਕ ਹੈ